ਬੱਚਿਓ, ਅੱਜ ਆਪਾਂ ਪੰਜਾਬ ਅਚੀਵਮੈਂਟ ਸਰਵੇ ਦੀ ਅਭਿਆਸ ਸ਼ੀਟ 5 ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਵਿਸ਼ਾ ਪੰਜਾਬੀ ਕਰਦੇ ਹਾਂ। ਉਹਨਾਂ ਦਿਨਾਂ ਵਿੱਚ ਗਾਂਧੀ ਜੀ ਦੇ ਪਿਤਾ ਜੀ ਬਿਮਾਰ ਸਨ। ਬਿਮਾਰੀ ਕਰਕੇ ਉਹ ਬਿਸਤਰੇ 'ਤੇ ਲੇਟੇ ਹੋਏ ਸਨ। ਗਾਂਧੀ ਜੀ ਨੇ ਉਹ ਚਿੱਠੀ ਆਪਣੇ ਪਿਤਾ ਜੀ ਦੇ ਹੱਥ ਵਿੱਚ ਫੜਾ ਦਿੱਤੀ ਤੇ ਉਹ ਉਹਨਾਂ ਦੀ ਮੰਜੀ ਦੇ ਕੋਨੇ 'ਤੇ ਬੈਠ ਗਏ। ਉਹਨਾਂ ਦਾ ਸਰੀਰ ਡਰ ਨਾਲ ਕੰਬ ਰਿਹਾ ਸੀ। ਪਿਤਾ ਜੀ ਨੇ ਜਦੋਂ ਉਹ ਚਿੱਠੀ ਪੜ੍ਹੀ ਤਾਂ ਉਹ ਰੋ ਪਏ। ਕੁਝ ਦੇਰ ਲਈ ਉਹ ਅੱਖਾਂ ਬੰਦ ਕਰਕੇ ਲੇਟੇ ਰਹੇ। ਫਿਰ ਉਹਨਾਂ ਨੇ ਉਹ ਚਿੱਠੀ ਵਾਲਾ ਕਾਗਜ਼ ਪਾੜ ਦਿੱਤਾ। ਪਿਤਾ ਦੇ ਅੱਥਰੂਆਂ ਨੇ ਪੁੱਤਰ ਦੇ ਗੁਨਾਹ ਨੂੰ ਮਾਫ਼ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਗਾਂਧੀ ਜੀ ਨੇ ਜੀਵਨ ਭਰ ਨਾ ਕਦੇ ਝੂਠ ਬੋਲਿਆ ਤੇ ਨਾ ਹੀ ਕਦੇ ਚੋਰੀ ਕੀਤੀ। ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰਾਂ ਵਿੱਚੋਂ ਸਹੀ ਉੱਤਰ ਤੇ ਚੱਕਰ ਲਗਾਓ। ਪਹਿਲਾ ਪ੍ਰਸ਼ਨ ਹੈ, ਗਾਂਧੀ ਜੀ ਨੇ ਆਪਣੇ ਪਿਤਾ ਜੀ ਦੇ ਹੱਥ ਕੀ ਫੜਾਇਆ ਸੀ? ਊੜਾ ਪੈਸੇ, ਐੜਾ ਫਲ, ਈੜੀ ਚਿੱਠੀ, ਸੱਸਾ ਪੈਨ। ਇਹਦਾ ਸਹੀ ਉੱਤਰ ਹੈ ਆਪਸ਼ਨ ਈੜੀ ਚਿੱਠੀ। ਉਸਨੇ ਆਪਣੇ ਪਿਤਾ ਜੀ ਦੇ ਹੱਥ ਚਿੱਠੀ ਫੜਾਈ ਸੀ। ਦੂਸਰਾ ਪ੍ਰਸ਼ਨ ਹੈ, ਗੁਨਾਹ ਤੋਂ ਕੀ ਭਾਵ ਹੈ? ਊੜਾ ਗਲਤੀ, ਐੜਾ ਉਧਾਰ, ਈੜੀ ਨਫ਼ਰਤ, ਸੱਸਾ ਇੱਛਾ। ਇਹਦਾ ਸਹੀ ਉੱਤਰ ਹੈ ਆਪਸ਼ਨ ਊੜਾ ਗਲਤੀ। ਗੁਨਾਹ ਦਾ ਮਤਲਬ ਹੁੰਦਾ ਹੈ ਕੋਈ ਕਸੂਰ, ਗਲਤੀ। ਤੀਸਰਾ ਪ੍ਰਸ਼ਨ ਹੈ, ਗਾਂਧੀ ਜੀ ਦੇ ਪਿਤਾ ਜੀ ਨੇ ਚਿੱਠੀ ਵਾਲਾ ਕਾਗਜ਼ ਕਿਉਂ ਪਾੜ ਦਿੱਤਾ ਸੀ? ਊੜਾ ਕਿਉਂਕਿ ਉਹਨਾਂ ਨੇ ਗਾਂਧੀ ਜੀ ਨੂੰ ਮਾਫ਼ ਕਰ ਦਿੱਤਾ ਸੀ। ਐੜਾ ਕਿਉਂਕਿ ਉਹਨਾਂ ਨੇ ਗਾਂਧੀ ਜੀ ਨੂੰ ਮਾਫ਼ ਨਹੀਂ ਕੀਤਾ ਸੀ। ਈੜੀ ਕਿਉਂਕਿ ਉਹਨਾਂ ਨੇ ਚਿੱਠੀ ਨੂੰ ਪੜ੍ਹਿਆ ਹੀ ਨਹੀਂ ਸੀ। ਸੱਸਾ ਕਿਉਂਕਿ ਉਹ ਗਾਂਧੀ ਜੀ ਨੂੰ ਸਜ਼ਾ ਦੇਣੀ ਚਾਹੁੰਦੇ ਸਨ। ਇਹਦਾ ਸਹੀ ਉੱਤਰ ਹੈ ਆਪਸ਼ਨ ਊੜਾ ਕਿਉਂਕਿ ਉਹਨਾਂ ਨੇ ਗਾਂਧੀ ਜੀ ਨੂੰ ਮਾਫ਼ ਕਰ ਦਿੱਤਾ ਸੀ। ਪ੍ਰਸ਼ਨ 4, ਗਾਂਧੀ ਜੀ ਨੇ ਮੁੜ ਜੀਵਨ ਭਰ ਝੂਠ ਨਹੀਂ ਬੋਲਿਆ। ਉੱਪਰਲੇ ਵਾਕ ਵਿੱਚ ਲਕੀਰੇ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ? ਊੜਾ ਪਿਆਰ, ਐੜਾ ਸੱਚ, ਈੜੀ ਝੂਠਾ, ਸੱਸਾ ਗਲਤੀ। ਇਸ ਵਿੱਚ ਜਿਸ ਸ਼ਬਦ ਥੱਲੇ ਲਕੀਰ ਆਈ ਹੈ ਉਹ ਸ਼ਬਦ ਹੈ ਝੂਠ। ਇਸਦਾ ਅਸੀਂ ਵਿਰੋਧੀ ਸ਼ਬਦ ਦੱਸਣਾ ਹੈ। ਝੂਠ ਦਾ ਵਿਰੋਧੀ ਸ਼ਬਦ ਹੋਵੇਗਾ ਸੱਚ। ਇਸ ਲਈ ਐੜਾ ਆਪਸ਼ਨ ਸਹੀ ਹੈ। ਇਸ ਤੋਂ ਅੱਗੇ ਹੈ ਪ੍ਰਸ਼ਨ 5, ਉਪਰੋਕਤ ਪੈਰਾ ਕਿਸ ਬਾਰੇ ਹੈ? ਊੜਾ ਚਿੱਠੀ ਲਿਖਣ ਬਾਰੇ, ਐੜਾ ਚੋਰੀ ਕਰਨ ਬਾਰੇ, ਈੜੀ ਝੂਠ ਨਾ ਬੋਲਣ ਅਤੇ ਚੋਰੀ ਨਾ ਕਰਨ ਬਾਰੇ, ਸੱਸਾ ਸਜ਼ਾ ਦੇਣ ਬਾਰੇ। ਇਹਦਾ ਸਹੀ ਉੱਤਰ ਹੈ ਆਪਸ਼ਨ ਈੜੀ ਝੂਠ ਨਾ ਬੋਲਣ ਅਤੇ ਚੋਰੀ ਨਾ ਕਰਨ ਬਾਰੇ। ਇਸ ਤੋਂ ਅੱਗੇ ਅਸੀਂ ਵਿਸ਼ਾ ਗਣਿਤ ਕਰਦੇ ਹਾਂ। ਪਹਿਲਾ ਸਵਾਲ ਹੈ, ਗੁਰਨੀਤ ਨੇ ਪ੍ਰੀਤੀ ਨੂੰ ਆਪਣੀ ਗੁੱਡੀ ਦੀ ਕੀਮਤ ਪਰਚੀ ਵਿੱਚ ਵੇਖ ਕੇ ਬੁੱਝਣ ਲਈ ਕਿਹਾ। ਗੁੱਡੀ ਦੀ ਕੀਮਤ ਕੀ ਹੋਵੇਗੀ? ਊੜਾ 999, ਐੜਾ 998, ਈੜੀ 899, ਸੱਸਾ 8099। ਹੁਣ ਇਸ ਵਿੱਚ ਉਹਨੇ ਪਰਚੀ ਦੇ ਉੱਪਰ ਲਿਖਿਆ ਹੈ 9 ਇਕਾਈਆਂ, 8 ਸੈਂਕੜੇ, 9 ਦਹਾਈਆਂ। ਸਭ ਤੋਂ ਪਹਿਲਾਂ ਅਸੀਂ ਇਕਾਈ ਦੇ ਸਥਾਨ ਥੱਲੇ ਲਿਖਾਂਗੇ 9 ਅਤੇ ਦਹਾਈ ਦੇ ਸਥਾਨ ਥੱਲੇ ਲਿਖਾਂਗੇ 9 ਅਤੇ ਸੈਂਕੜੇ ਦੇ ਸਥਾਨ ਥੱਲੇ ਲਿਖਾਂਗੇ 8। ਇਸ ਤਰ੍ਹਾਂ ਸਾਨੂੰ ਸੰਖਿਆ ਪ੍ਰਾਪਤ ਹੁੰਦੀ ਹੈ 899 ਤੇ ਈੜੀ ਆਪਸ਼ਨ ਹੈ ਜੋ ਸਹੀ ਹੈ। ਇਸ ਉੱਪਰ ਅਸੀਂ ਗੋਲ ਚੱਕਰ ਲਗਾਵਾਂਗੇ। ਇਸ ਤੋਂ ਅਗਲਾ ਸਵਾਲ ਹੈ, ਹਰਦੀਪ ਨੇ ਦੁਕਾਨ ਤੋਂ ਹੇਠਾਂ ਦਿੱਤਾ ਸਮਾਨ ਖਰੀਦਿਆ। ਵਸਤੂਆਂ ਦੇ ਮੁੱਲ ਨੂੰ ਵਾਧੇ ਕਰਨ ਵਿੱਚ ਲਗਾਉਣ ਤੇ ਸਭ ਤੋਂ ਪਹਿਲਾਂ ਕਿਸ ਵਸਤੂ ਦਾ ਮੁੱਲ ਆਵੇਗਾ? ਊੜਾ ਸਕੂਲ ਬੈਗ, ਐੜਾ ਪਾਣੀ ਵਾਲੀ ਥਰਮਸ, ਈੜੀ ਟਿਫਨ, ਸੱਸਾ ਬੂਟ। ਹੁਣ ਸਭ ਤੋਂ ਪਹਿਲਾਂ ਅਸੀਂ ਜੋ ਸਾਨੂੰ ਰੇਟ ਲਿਸਟ ਦਿੱਤੀ ਹੋਈ ਹੈ ਇਸ ਨੂੰ ਅਸੀਂ ਵਾਧੇ ਕਰਨ ਵਿੱਚ ਕਰਾਂਗੇ। ਵਾਧੇ ਕਰਨ ਵਿੱਚ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਜਿਹੜੀ ਘੱਟ ਮੁੱਲ ਵਾਲੀ ਵਸਤੂ ਹੈ ਉਸ ਨੂੰ ਲਿਖਾਂਗੇ ਤੇ ਇਸ ਤੋਂ ਅੱਗੇ ਜਿਵੇਂ ਜਿਵੇਂ ਰੇਟ ਵੱਧਦਾ ਜਾਵੇਗਾ ਅਸੀਂ ਉਸ ਵਸਤੂ ਦੀ ਕੀਮਤ ਲਿਖਾਂਗੇ। ਸਭ ਤੋਂ ਪਹਿਲਾਂ ਘੱਟ ਕੀਮਤ ਹੈ 235 ਰੁਪਏ। ਇਸ ਤੋਂ ਅੱਗੇ ਲਿਖਾਂਗੇ ਅਸੀਂ 240 ਰੁਪਏ। ਇਸ ਤੋਂ ਅੱਗੇ ਲਿਖਾਂਗੇ 245 ਰੁਪਏ। ਇਸ ਤੋਂ ਅੱਗੇ ਲਿਖਾਂਗੇ 253 ਰੁਪਏ। ਹੁਣ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਕਿਸ ਵਸਤੂ ਦਾ ਮੁੱਲ ਆਵੇਗਾ।
सब तो पहला लिखे हैं 235 रुपए। ये किसका रेट है? ये है टिफिन का। इसलिए जो ईडी ऑप्शन है इस उपर असीं गोल चक्कर लगावांगे। टिफिन का मुल सब तो पहला आएगा। इस तो अगे है चौथा सवाल। डिंपल नूं उसदे जन्मदिन ते दादा जी ने 500 रुपए, चाचा जी ने 200 रुपए ते भूआ जी ने 250 रुपए दिते। उसने इन्हां रुपया नाल हेठां दिता समान खरीदिया ਅਤੇ बाकी रुपए गोलक विच पा दिते। डिंपल ने किन्ने रुपए गोलक विच पाए? हुण सब तो पहला सानूं पता होना चाहिए उसनूं जन्मदिन ते किन्ने रुपए मिले। उसदे दादा जी ने उसनूं दिते 500 रुपए, चाचा जी ने 200 रुपए दिता। ये बन गया 700 रुपया। ਅਤੇ उसदी भूआ जी ने उसनूं दिते 250 रुपया, तो ये बन गया 950 रुपए। इस प्रकार स्कूल ਜਿਹੜੇ ਕੁੱਲ रुपए ਹਨ उसनूं जो दिते हैं वो हैं 950 रुपए ਅਤੇ उस विच उसने 350 रुपए का टैडी वेयर खरीदिया है। ਅਤੇ ਹੁਣ जो बाकी रुपए बच गए हैं वो उसने गोलक विच पाए हैं। इसलिए असीं 950 रुपए विचों 350 रुपए घटावांगे। उत्तर वजों सानूं प्राप्त होवेगा 600 रुपए। इसलिए जो एड़ा ऑप्शन है सही है, इस उपर असीं सही का निशान लगावांगे। ऊड़ा ऑप्शन दे विच 500 रुपए हैं, एड़ा ऑप्शन दे विच 600 रुपया ते ईड़ी विच 550 रुपए हैं, सस्से दे विच 450 रुपए हैं। एड़ा ऑप्शन सही है, इस उपर असीं गोल चक्कर लगावांगे। इस तो अगला सवाल है हेठां दित्तियां संख्यावां विचों सब तो छोटी संख्या दसो। ऊड़ा ऑप्शन विच इकाइयां 3 दहाइयां 4, एड़ा ऑप्शन विच इकाइयां 3 दहाई 1, ईड़ी ऑप्शन विच इकाइयां 4 दहाइयां 3, सस्सा ऑप्शन विच इकाई 1 है ते दहाई 3 हैं। ਇਹਦੇ ਵਿੱਚ ਅਸੀਂ देखना है कि दहाई का ਜਿਹੜਾ अंक है सब तो छोटा किस विच है। ਹੁਣ ਅਸੀਂ देखते हैं कि जो एड़ा ऑप्शन है उस विच दहाई 1 है, इसलिए ये सही उत्तर है। इस उपर असीं गोल चक्कर लगावांगे। जो 13 संख्या है ये सब तो छोटी संख्या है। इस तो अगे सब्जेक्ट इंग्लिश है। रीड द पैसेज एंड आंसर द फॉलोइंग क्वेश्चंस। व्हेन द क्लॉक स्ट्राइक्स 7:30 AM my school bus arrives and I reach the school on time. At 2 in the afternoon I come back home and meet my clock again. In the evening at 5 PM its hands tell me to go out and play. At 9 PM it's time to say goodbye, good night and go to bed. ਹੁਣ ਅਸੀਂ ਇਸ ਪੈਰੇ ਦੀ ਪੰਜਾਬੀ ਕਰਦੇ ਹਾਂ ਕਿ ਜਦੋਂ ਕਲੌਕ ਦੇ ਉੱਪਰ 7:30 ਵੱਜਦੇ ਹਨ ਤਾਂ ਉਸਦੀ ਜਿਹੜੀ ਸਕੂਲ ਦੀ ਬੱਸ ਆ ਜਾਂਦੀ ਹੈ ਅਤੇ ਮੈਂ ਸਮੇਂ ਸਿਰ ਸਕੂਲ ਪਹੁੰਚ ਜਾਂਦਾ ਹਾਂ। ਦੁਪਹਿਰੇ 2 ਵਜੇ ਮੈਂ ਘਰ ਵਾਪਸ ਆ ਜਾਂਦਾ ਹਾਂ ਅਤੇ ਦੁਬਾਰਾ ਮੈਂ ਆਪਣੇ ਕਲੌਕ ਨੂੰ ਮਿਲਦਾ ਹਾਂ। ਇਨ ਦੀ ਈਵਨਿੰਗ ਐਟ 5 PM ਅਤੇ ਸ਼ਾਮ ਨੂੰ 5 ਵਜੇ ਇਸ ਦੀਆਂ ਜਿਹੜੀਆਂ ਸੂਈਆਂ ਨੇ ਉਹ ਮੈਨੂੰ ਦੱਸਦੀਆਂ ਹਨ ਕਿ ਤੁਸੀਂ ਬਾਹਰ ਜਾਓ ਅਤੇ ਖੇਡੋ। ਅਤੇ ਜਦੋਂ 9 ਵੱਜਦੇ ਹਨ, ਰਾਤ ਦੇ 9 ਵਜੇ ਜਾਂਦੇ ਹਨ ਤਾਂ ਮੈਂ ਗੁੱਡ ਨਾਈਟ ਕਹਿੰਦਾ ਹਾਂ ਅਤੇ ਆਪਣੇ ਬੈੱਡ 'ਤੇ ਚਲਿਆ ਜਾਂਦਾ ਹਾਂ। ਹੁਣ ਸਭ ਤੋਂ ਪਹਿਲਾਂ ਆਪਾਂ ਇਸ ਦੇ ਪ੍ਰਸ਼ਨ ਕਰਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਹੈ I reach my school at 7 AM in the morning on time. D always late. ਇਹਦੀ सही ऑप्शन है ऑप्शन C on time. क्वेश्चन सेकंड है when does my school bus arrives. मेरी स्कूल दी बस कदों पहुंचती है? at 5 PM, at 9 PM, at 7:30 AM, at 7:30 PM. ਇਹਦਾ सही आंसर है ऑप्शन C at 7:30 AM. क्वेश्चन थर्ड is choose the noun. A play, B meet, C home, D reach. ਇਹਦੀ सही ऑप्शन है ऑप्शन C home. Question fourth is look at the picture and choose the correct option. A morning, B evening, C afternoon, D night.
ਤਾਂ ਅਸੀਂ ਪਿਕਚਰ ਦੇਖਦੇ ਹਾਂ, ਇਹਦੇ ਵਿੱਚ ਕੀ ਹੈ, ਇੱਕ ਮੂਨ ਦਿਖ ਰਿਹਾ ਹੈ ਤੇ ਸਟਾਰਸ ਦਿਖ ਰਹੇ ਹਨ। ਇਸ ਲਈ ਕਿਹੜਾ ਸਮਾਂ ਹੋਵੇਗਾ, ਨਾਈਟ ਦਾ। ਇਸ ਲਈ ਆਪਸ਼ਨ ਡੀ ਹੈ ਜਿਹੜੀ ਸਹੀ ਹੈ। ਪੰਜਵਾਂ ਕੁਐਸਚਨ ਹੈ, ਵਾਟ ਡੂ ਆਈ ਸੇ ਵਾਈਲ ਗੋਇੰਗ ਟੂ ਬੈਡ ਐਟ ਨਾਈਟ। ਜਦੋਂ ਮੈਂ ਰਾਤ ਨੂੰ ਬੈੱਡ ਤੇ ਜਾਂਦਾ ਹਾਂ ਤਾਂ ਮੈਂ ਕੀ ਕਹਿੰਦਾ ਹਾਂ? ਗੁੱਡ ਨਾਈਟ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ, ਗੁੱਡ ਇਵਨਿੰਗ। ਇਹਦਾ ਸਹੀ ਉੱਤਰ ਹੈ ਆਪਸ਼ਨ ਏ, ਗੁੱਡ ਨਾਈਟ। ਇਸ ਤੋਂ ਅੱਗੇ ਹੈ ਵਿਸ਼ਾ हिंदी। निम्नलिखित पैरे को पढ़कर प्रश्नों के उत्तर लिखिए। गांव में एक चरवाहा रहता था। वह रोज बकरियां चराने जंगल की ओर जाता था। वह अक्सर अपने घर वालों, मित्रों, पड़ोसियों के साथ मजाक करता रहता था। एक दिन जब वह बकरियां चरा रहा था तब उसने सोचा क्यों ना गांव वालों से मजाक किया जाए। ऐसा सोचकर चरवाहा जोर जोर से चिल्लाया, शेर आया, शेर आया। गांव वाले चरवाहे की आवाज सुनकर जंगल की ओर दौड़े। गांव वालों ने चरवाहे से पूछा, शेर कहाँ है? चरवाहे ने हंसते हुए कहा, मैं तो बस मजाक कर रहा था। दूसरे दिन भी उसने वही मजाक किया। गांव वाले समझ गए थे कि चरवाहा उनके साथ मजाक कर रहा है। कुछ दिन बाद सचमुच में एक शेर आया। वह चिल्लाने लगा, लेकिन कोई भी उसकी मदद के लिए नहीं आया। गांव वालों ने सोचा कि चरवाहा फिर से मजाक कर रहा है। इस बार चरवाहा फंस गया। शेर ने उसे पकड़ लिया और मार डाला। प्रश्न 1, बकरियां चराते हुए चरवाहे ने किससे मजाक किया था? क, अपने मित्रों से, ख, अपने पड़ोसियों से, ग, अपने गांव वालों से, क, अपने घर वालों से। इसका सही आंसर है ऑप्शन ग, अपने गांव वालों से। प्रश्न 2, चरवाहा अपनी किस आदत के कारण मुसीबत में फंसा? क, जोर जोर से चलाने की आदत के कारण, ख, झूठ बोलने की आदत के कारण, घ, चालाकी करने की आदत के कारण, क, झगड़ा करने की आदत के कारण। इसका सही आंसर है ऑप्शन ख, झूठ बोलने की आदत के कारण। प्रश्न 3, चरवाहा शब्द से आप क्या समझते हैं? क, लकड़ी काटने वाला, ख, जंगल में रहने वाला, ग, बकरी चराने वाला, क, सबसे मजाक करने वाला। इसका सही आंसर है ऑप्शन ग, बकरी चराने वाला। प्रश्न 4, समझ कर करें, बकरी बकरियां हैं तो लकड़ी क्या होगा? हम इसका वचन बदलेंगे। जैसे बकरी का बकरियां होता है, इसी तरह लकड़ी का होगा लकड़ियां। इसकी जो सही ऑप्शन है ख, लकड़ियां। इस पर हम चक्कर लगाएंगे। प्रश्न 5, शेर कहाँ है? वाक्य किसने किससे कहा? चरवाहे ने अपने मित्रों से, चरवाहे ने गांव वालों से, गांव वालों ने चरवाहे से, घर वालों ने चरवाहे से। इसका सही आंसर है ऑप्शन ग, गांव वालों ने चरवाहे से। विषय वातावरण सिक्ख्या। प्रश्न 1, ਤੁਸੀਂ 5ਵੀਂ ਪਾਸ ਕਰਨ ਤੋਂ ਬਾਅਦ ਨਵੇਂ ਸਕੂਲ ਵਿੱਚ ਦਾਖਲਾ ਲਿਆ ਹੈ। ਤੁਹਾਡੇ ਨਵੇਂ ਦੋਸਤ ਵੀ ਬਣਨਗੇ। ਜਮਾਤ ਵਿੱਚ ਕਿਸ ਪ੍ਰਕਾਰ ਦੇ ਵਿਦਿਆਰਥੀਆਂ ਨੂੰ ਆਪਣਾ ਦੋਸਤ ਬਣਾਓਗੇ? ਊੜਾ, ਜੋ ਚੰਗੇ ਆਚਰਣ ਵਾਲੇ ਹੋਣ, ਐੜਾ, ਜੋ ਅਧਿਆਪਕਾਂ ਦਾ ਕਹਿਣਾ ਮੰਨਦੇ ਹੋਣ, ਈੜੀ, ਜੋ ਮਨ ਲਾ ਕੇ ਪੜ੍ਹਦੇ ਹੋਣ, ਸੱਸਾ, ਜਿਨ੍ਹਾਂ ਵਿੱਚ ਉਪਰੋਕਤ ਸਾਰੇ ਗੁਣ ਹੋਣ। ਇਹਦਾ ਸਹੀ ਉੱਤਰ ਹੈ ਆਪਸ਼ਨ ਸੱਸਾ, ਜਿਨ੍ਹਾਂ ਵਿੱਚ ਉਪਰੋਕਤ ਸਾਰੇ ਗੁਣ ਹੋਣ। ਪ੍ਰਸ਼ਨ 2, ਰੁੱਖ ਸਾਡੇ ਸਾਥੀ ਹਨ। ਰੁੱਖਾਂ ਦੇ ਸੰਬੰਧ ਵਿੱਚ ਕਿਹੜਾ ਕਥਨ ਗਲਤ ਹੈ? ਊੜਾ, ਰੁੱਖ ਸਾਨੂੰ ਛਾਂ ਦਿੰਦੇ ਹਨ। ਐੜਾ, ਰੁੱਖਾਂ ਤੋਂ ਅਸੀਂ ਲੱਕੜ ਪ੍ਰਾਪਤ ਕਰਦੇ ਹਾਂ। ਈੜੀ, ਰੁੱਖ ਬਹੁਤ ਸਾਰੇ ਪੰਛੀਆਂ ਦਾ ਰਹਿਣ ਬਸੇਰਾ ਹਨ। ਰਹਿਣ ਬਸੇਰਾ ਦਾ ਮਤਲਬ ਉਹਨਾਂ ਦੇ ਰਹਿਣ ਦੀ ਥਾਂ ਹਨ।
ਸੱਸਾ ਰੁੱਖ ਧਰਤੀ ਹੇਠਲੇ ਪਾਣੀ ਦਾ ਨੁਕਸਾਨ ਕਰਦੇ ਹਨ। ਤਾਂ ਇਹਦਾ ਜੋ ਸਹੀ ਉੱਤਰ ਹੈ ਉਹ ਹੈ ਆਪਸ਼ਨ ਸੱਸਾ, ਰੁੱਖ ਧਰਤੀ ਹੇਠਲੇ ਪਾਣੀ ਦਾ ਨੁਕਸਾਨ ਕਰਦੇ ਹਨ। ਜਿਹੜੇ ਰੁੱਖ ਆ ਉਹ ਸਾਡੇ ਧਰਤੀ ਹੇਠਲੇ ਪਾਣੀ ਦਾ ਨੁਕਸਾਨ ਨਹੀਂ ਕਰਦੇ, ਇਸ ਲਈ ਜਿਹੜੀ ਆਪਸ਼ਨ ਦਿੱਤੀ ਗਈ ਹੈ ਇਹ ਗਲਤ ਹੈ। ਪ੍ਰਸ਼ਨ 3, ਥਣਧਾਰੀ ਜੰਤੂਆਂ ਦੇ ਨਵ ਜੰਮੇ ਬੱਚੇ ਭੋਜਨ ਵਜੋਂ ਊੜਾ ਫਲ ਖਾਂਦੇ ਹਨ, ਐੜਾ ਦੁੱਧ ਪੀਂਦੇ ਹਨ, ਈੜੀ ਆਪਣੀ ਮਾਂ ਦਾ ਦੁੱਧ ਪੀਂਦੇ ਹਨ, ਸੱਸਾ ਚਾਰਾ ਖਾਂਦੇ ਹਨ। ਇਹਦਾ ਸਹੀ ਉੱਤਰ ਹੈ ਆਪਸ਼ਨ ਈੜੀ, ਆਪਣੀ ਮਾਂ ਦਾ ਦੁੱਧ ਪੀਂਦੇ ਹਨ। ਪ੍ਰਸ਼ਨ 4, ਰਾਜੂ ਮੋਬਾਈਲ ਉੱਤੇ ਬਹੁਤ ਜ਼ਿਆਦਾ ਗੇਮਾਂ ਖੇਡਦਾ ਹੈ। ਕੁਝ ਸਮੇਂ ਬਾਅਦ ਉਸ ਦੀ ਸਿਹਤ ਚੰਗੀ ਹੋ ਸਕਦੀ ਹੈ, ਦੀਆਂ ਉਂਗਲਾਂ ਖਰਾਬ ਹੋ ਸਕਦੀਆਂ ਹਨ, ਦੀ ਅੱਖਾਂ ਦੀ ਨਜ਼ਰ ਕਮਜ਼ੋਰ ਹੋ ਸਕਦੀ ਹੈ, ਦੀ ਚਮੜੀ ਖਰਾਬ ਹੋ ਸਕਦੀ ਹੈ। ਇਹਦਾ ਸਹੀ ਉੱਤਰ ਹੈ ਆਪਸ਼ਨ ਈੜੀ, ਦੀ ਅੱਖਾਂ ਦੀ ਨਜ਼ਰ ਕਮਜ਼ੋਰ ਹੋ ਸਕਦੀ ਹੈ। ਜੇਕਰ ਅਸੀਂ ਜ਼ਿਆਦਾ ਮੋਬਾਈਲ ਦੇਖਾਂਗੇ ਤਾਂ ਸਾਡੀ ਨਜ਼ਰ ਕਮਜ਼ੋਰ ਹੋ ਜਾਵੇਗੀ। ਪ੍ਰਸ਼ਨ 5, ਤਸਵੀਰ ਦੇਖਦੇ ਹੋਏ ਦੱਸੋ ਕਿ ਕਿਹੜਾ ਕਥਨ ਸਹੀ ਹੈ। ਊੜਾ ਸਜੀਵ ਹੈ, ਇਹ ਚੱਲ ਫਿਰ ਸਕਦਾ ਹੈ। ਐੜਾ ਨਿਰਜੀਵ ਹੈ, ਚੱਲ ਫਿਰ ਨਹੀਂ ਸਕਦਾ। ਈੜੀ ਸਜੀਵ ਹੈ, ਚੱਲ ਫਿਰ ਨਹੀਂ ਸਕਦਾ। ਸੱਸਾ ਨਿਰਜੀਵ ਹੈ, ਚੱਲ ਫਿਰ ਸਕਦਾ ਹੈ। ਹੁਣ ਤਸਵੀਰ ਵਿੱਚ ਇੱਕ ਰੁੱਖ ਦੀ ਫੋਟੋ ਬਣੀ ਹੋਈ ਹੈ। ਸਾਨੂੰ ਪਤਾ ਹੈ ਕਿ ਜਿਹੜਾ ਰੁੱਖ ਹੈ ਇੱਕ ਸਜੀਵ ਹੈ, ਪਰ ਜਿਹੜਾ ਇਹ ਚੱਲ ਫਿਰ ਨਹੀਂ ਸਕਦਾ, ਇਸ ਲਈ ਜਿਹੜੀ ਆਪਸ਼ਨ ਈੜੀ ਆ ਉਹ ਸਹੀ ਹੈ। ਸਜੀਵ ਹੈ, ਚੱਲ ਫਿਰ ਨਹੀਂ ਸਕਦਾ।